कि इतिहास अपने आप ਨੂੰ ਦੁਹਰਾਉਂਦਾ ਹੈ। ਤੁਹਾਨੂੰ ਇਤਿਹਾਸਿਕ ਨੁਕਤਾ ਨਜ਼ਰ ਤੋਂ किसानी घोल ਦੇ ਬਾਰੇ ਕੀ ਕੋਈ ਇਤਿਹਾਸ ਤੋਂ ਕੋਈ ਗੱਲਬਾਤ ਯਾਦ ਆਉਂਦੀ ਹੈ? सब तो पहला जो इतिहास है जो सरकार बनियों सीगा वो 1859 1860 ਦੇ ਵਿੱਚ ਬੰਗਾਲ ਔਰ ਬਿਹਾਰ ਤੋਂ ਸ਼ੁਰੂ ਹੋਇਆ ਸੀ। ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਜੋ ਜਿਸ ਨੂੰ ਅਸੀਂ ਅੱਜ ਕਾਰਪੋਰੇਟ ਦਾ ਨਾਮ ਦੇ ਰਹੇ ਹਾਂ ਉਹ ਪੁਰਾਣੇ ਸਮਿਆਂ ਦੇ ਵਿੱਚ ਸ਼ਾਹੂਕਾਰਾ ਹੁੰਦਾ ਸੀ। ਸੋ ਅੱਜ ਦੇ ਸਮੇਂ ਦੇ ਵਿੱਚ ਵੀ ਜੋ ਸ਼ਾਹੂਕਾਰ ਹੈ ਉਹ ਸਰਕਾਰਾਂ ਦੇ ਥਰੂ ਕਾਨੂੰਨ ਬਣਾ ਕੇ ਮੌਜੂਦਾ ਖੇਤੀ ਸੈਕਟਰ ਤੇ ਕਾਬਜ਼ ਹੋਣਾ ਚਾਹੁੰਦਾ ਜੀ। ਇਹਦੇ ਵਿੱਚ ਕਿਸ ਤਰ੍ਹਾਂ ਦੇ ਕਾਨੂੰਨ ਨੇ, ਜਾਂ ਜਦੋਂ ਆਪਾਂ ਅੰਗਰੇਜ਼ਾਂ ਵੇਲੇ ਗੁਲਾਮ ਸੀਗੇ ਉਸ ਵੇਲੇ ਔਰ ਹੁਣ ਦੇ ਸੰਵਿਧਾਨ ਦੇ ਵਿੱਚ ਕੀ ਫਰਕ ਮੰਨਦੇ ਹੋ? ਜਿੱਥੇ ਤੱਕ ਗੱਲ ਹੈ ਜੀ ਅੰਗਰੇਜ਼ਾਂ ਵੇਲੇ ਗੁਲਾਮ ਦੀ, ਇਸੇ ਤਰ੍ਹਾਂ ਦਾ ਹੀ ਕਾਨੂੰਨ 1905 ਔਰ 6 ਦੇ ਲਗਭਗ ਅੰਗਰੇਜ਼ਾਂ ਨੇ ਵੀ ਬਣਾਏ ਸਨ। ਪਰ ਉਸ ਤੋਂ ਪਹਿਲਾਂ ਜੋ ਇਹ ਕਾਨੂੰਨ ਅੱਜ ਪੰਜਾਬ ਹਰਿਆਣਾ ਦੇ ਵਿੱਚ ਲਾਗੂ ਕਰ ਰਹੇ ਹਨ ਉਹ ਕਾਨੂੰਨ ਇਹ ਲੁਕਵੇਂ ਤੌਰ ਤੇ 2006 ਦੇ ਵਿੱਚ ਬਿਹਾਰ ਦੇ ਵਿੱਚ ਲਾਗੂ ਕਰ ਚੁੱਕੇ ਹਨ। ਉਹ ਗੱਲ ਇਸ ਤਰ੍ਹਾਂ ਵੀ ਅਸੀਂ ਗਿਆਨ ਤੋਂ ਹੀਣੇ ਆ, ਸਾਡੀ ਸੋਚ ਲੰਬੀ ਨਹੀਂ ਹੈਗੀ, ਅਸੀਂ ਤੁਰੰਤ ਹੀ ਚਾਹੁੰਦੇ ਵੀ ਸਾਡੇ ਕੋਲੇ ਛੇਤੀ ਪੈਸਾ ਆ ਜੇ। ਇੱਕ ਬੰਦਾ ਜੋ ਹੈ ਅਮਲੀ ਹੁੰਦਾ ਹੈ, ਨਸ਼ਾ ਕਰਦਾ ਹੈ, ਉਹ ਕੰਮ ਲੈਣ ਵਾਸਤੇ ਸਰੀਰ ਨੂੰ ਨਸ਼ੇ ਤੇ ਲਾ ਲੈਂਦਾ ਹੈ। ਉਹ ਕੁਛ ਸਾਲ ਤੱਕ ਕੰਮ ਬਹੁਤ ਕਰਦਾ ਹੈ ਪਰ ਬਾਅਦ 'ਚ ਉਹਦਾ ਸਰੀਰ ਜੋ ਹੈ ਖਤਮ ਹੋ ਜਾਂਦਾ, ਉਹ ਆਪਣੀ ਉਮਰ ਅੱਧੀ ਵੀ ਨਹੀਂ ਹੰਢਾ ਸਕਦਾ। ਤਾਂ ਉਹੀ ਹਾਲ ਅੱਜ ਸਾਡੀਆਂ ਜ਼ਮੀਨਾਂ ਦਾ ਹੋਇਆ। ਔਰ ਇਹਦੇ ਵਿੱਚ ਸਰਕਾਰ ਤਾਂ ਦੋਸ਼ੀ ਹੈ ਹੀ ਹੈ, ਪਰ ਕਿਤੇ ਨਾ ਕਿਤੇ ਅਸੀਂ ਆਪ ਵੀ ਬਹੁਤ ਵੱਡੇ ਜ਼ਿੰਮੇਵਾਰ ਹਾਂ। ਕਿਉਂਕਿ ਸਾਰੇ ਹੁਣ ਤੱਕ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰ ਰਹੇ ਨੇ। ਉਸ ਵੇਲੇ ਤੋਂ ਹੁਣ ਤੱਕ ਕੀ ਇਹਨਾਂ ਨੇ ਸਰਕਾਰਾਂ ਨੇ ਕਿਸਾਨੀ ਹਿੱਤਾਂ ਦੇ ਲਈ ਕੁਝ ਕੀਤਾ? ਸਰਕਾਰਾਂ ਅੰਬ ਖਾ ਕੇ ਜਿਹੜੀਆਂ ਗੁਠਲੀਆਂ ਨੇ ਨਾ ਉਹ ਲੋਕਾਂ ਨੂੰ ਦਿੰਦੀਆਂ ਨੇ। ਇਹ ਸਾਨੂੰ ਖਰੀਦ ਇੱਕ ਅਸੀਂ ਵਿਕ ਜਾਂਦੇ ਹਾਂ, ਸਰਕਾਰਾਂ ਨਹੀਂ ਖਰੀਦੀਆਂ, ਅਸੀਂ ਆਪਦੀ ਕੀਮਤ ਆਪ ਪਵਾ ਲੈਂਦੇ ਹਾਂ। ਔਰ ਇਹਦੇ 'ਚ ਸਾਰੇ ਹੀ ਦੋਸ਼ੀ ਹਨ। ਤੁਹਾਨੂੰ ਕੀ ਲੱਗਦਾ ਹੈ ਕਿ ਸੰਘਰਸ਼ ਹੁਣ ਕਿੱਧਰ ਨੂੰ ਜਾਏਗਾ? ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋ ਸਕਦਾ ਹੈ? ਦੇਖੋ ਜੀ, ਸੰਘਰਸ਼ ਤਾਂ ਜਿੱਤ ਵੱਲ ਨੂੰ ਜਾਊਗਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸੰਘਰਸ਼ 100% ਜਿੱਤਣਗੇ, ਪਰ ਜਿੱਤ ਕੇ ਸੌਂ ਜਾਣਾ ਵੀ ਸੰਘਰਸ਼ ਨੂੰ ਹਾਰਨ ਦੇ ਬਰਾਬਰ ਹੈ। ਕੋਈ ਸੁਪਰੀਮ ਕੋਰਟ ਦੇ ਥਰੂ ਦੇ ਜ਼ਰੀਏ ਕੋਈ ਇਹੋ ਜਿਹਾ ਫੈਸਲਾ ਕਰ ਲਵੇ ਵੀ ਆਪ ਦੀ ਇਹ ਹੱਤਕ ਤੋਂ ਬਚ ਜਾਵੇ। ਅਦਰ ਨਹੀਂ ਤਾਂ ਵੈਸੇ ਤਾਂ ਇਹਨਾਂ ਨੂੰ ਜੋ ਹੈ ਇਹਨਾਂ ਦਾ ਹੱਕ ਆ, ਕਿਉਂਕਿ ਇਹਨਾਂ ਨੇ ਹੱਥਾਂ ਨਾਲ ਜੋ ਗੱਠਾਂ ਦਿੱਤੀਆਂ ਨੇ ਉਹ ਇਹਨਾਂ ਨੂੰ ਹੁਣ ਦੰਦਾਂ ਨਾਲ ਵੀ ਨਹੀਂ ਇਹਨਾਂ ਤੋਂ ਖੁੱਲ੍ਹ ਰਹੀਆਂ। ਇਸ ਵੇਲੇ ਕਿਸਾਨੀ ਸੰਘਰਸ਼ ਚੱਲ ਰਿਹਾ ਹੈ। ਇਸ ਸੰਘਰਸ਼ ਦੇ ਵਿੱਚੋਂ ਕਈ ਤਰ੍ਹਾਂ ਦੇ ਮਾਪਦੰਡ ਨਿਕਲੇ ਨੇ, ਕਈ ਤਰ੍ਹਾਂ ਦੀਆਂ ਗੱਲਾਂ ਨਿਕਲੀਆਂ ਨੇ ਔਰ ਇੱਕ ਵੱਖਰੇ ਤਰ੍ਹਾਂ ਦਾ ਇਸ ਨੂੰ ਵੇਖਿਆ ਜਾ ਰਿਹਾ ਹੈ, ਕਿਉਂਕਿ ਇਸ ਦੇ ਵਿੱਚ ਬਹੁ ਗਿਣਤੀ ਲੋਕ ਕਿਸਾਨ ਭਰਾ ਨੇ ਜਿਹੜੇ ਕਿਸਾਨੀ ਨਹੀਂ ਕਰਦੇ, ਉਹਨਾਂ ਨੇ ਵੀ ਇਹਦੇ ਵਿੱਚ ਸ਼ਮੂਲੀਅਤ ਕੀਤੀ ਹੈ। ਔਰ ਖਾਸ ਤੌਰ ਦੇ ਉੱਤੇ ਵੱਖ-ਵੱਖ ਧਰਮ ਤੇ ਖਿੱਤਿਆਂ ਤੋਂ ਇਲਾਵਾ ਅਲੱਗ-ਅਲੱਗ ਵਰਗਾਂ ਦੇ ਲੋਕ ਜਿਹੜੇ ਹੈਗੇ ਆ, ਬਜ਼ੁਰਗ ਵੀ ਨੇ, ਬੱਚੇ ਵੀ ਨੇ ਔਰ ਨੌਜਵਾਨੀ ਨੇ ਵੀ ਇਸ ਵਾਰ ਸਾਥ ਦਿੱਤਾ ਹੈ। ਔਰ ਇਸ ਸੰਘਰਸ਼ ਦੇ ਵਿੱਚੋਂ ਅਕਸਰ ਗੱਲਾਂ ਚੱਲਦੀਆਂ ਨੇ ਕਿ ਇਹ ਇਤਿਹਾਸ ਜਿਹੜਾ ਹੈਗਾ ਕਿਤੇ ਨਾ ਕਿਤੇ ਆਪਣੇ ਆਪ ਨੂੰ ਦੁਹਰਾਉਂਦਾ ਹੈ। ਸਾਡੇ ਨਾਲ ਅੱਜ ਇਹਨਾਂ ਸਾਰੀਆਂ ਗੱਲਾਂ ਬਾਤਾਂ 'ਤੇ ਗੱਲਬਾਤ ਕਰਨ ਦੇ ਲਈ ਕਿ ਕਿਸਾਨੀ ਘੋਲ ਕਦੋਂ ਸ਼ੁਰੂ ਹੋਏ ਔਰ ਕਿਸਾਨੀ ਘੋਲ ਦੇ ਵਿੱਚ ਪੜਾਅ ਦਰ ਪੜਾਅ ਕਿਸਾਨੀ ਕਿਵੇਂ ਬਦਲੀ ਔਰ ਸਰਕਾਰਾਂ ਦੇ ਜਿਹੜੇ ਹੈਗੇ ਆ ਕਾਨੂੰਨ ਇਹ ਕਦੋਂ ਲਾਗੂ ਹੋਏ ਔਰ ਕਿਸ ਤਰੀਕੇ ਦੇ ਨਾਲ ਕਿਸਾਨੀ ਸੰਘਰਸ਼ ਕਰਦੀ ਆ ਰਹੀ ਹੈ, ਉਹਨਾਂ ਸਾਰੀਆਂ ਗੱਲਾਂ ਬਾਤਾਂ 'ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਸਰਦਾਰ ਨਿਰਮਲ ਸਿੰਘ ਦੇਬੀ ਹੋਣੀ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ, ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕੀ ਲੱਗਦਾ ਹੈ ਬੇਦੀ ਸਾਹਿਬ, ਜਿੱਦਾਂ ਮੈਂ ਗੱਲ ਕੀਤੀ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ, ਤੁਹਾਨੂੰ ਇਤਿਹਾਸਿਕ ਨੁਕਤਾ ਨਜ਼ਰ ਤੋਂ
ਕਿਸਾਨੀ ਘੋਲ ਦੇ ਬਾਰੇ ਕੀ ਕੋਈ ਇਤਿਹਾਸ ਤੋਂ ਕੋਈ ਗੱਲਬਾਤ ਯਾਦ ਆਉਂਦੀ ਹੈ? ਹਾਂਜੀ, ਇਹਦੇ ਵਿੱਚ ਜੇ ਆਪਾਂ ਗੱਲ ਕਰੀਏ, ਸਭ ਤੋਂ ਪਹਿਲਾਂ ਜੋ ਇਤਿਹਾਸ ਹੈ, ਜੋ ਸਰਕਾਰ ਬਣਿਓ ਸੀਗਾ, ਉਹ 1859 1860 ਦੇ ਵਿੱਚ ਬੰਗਾਲ ਔਰ ਬਿਹਾਰ ਤੋਂ ਸ਼ੁਰੂ ਹੋਇਆ ਸੀ, ਜਿਸ ਦੇ ਵਿੱਚ ਸਰਕਾਰ ਨੇ ਉੱਥੇ ਦੇ ਕਿਸਾਨਾਂ ਨੂੰ ਮਜਬੂਰ ਕੀਤਾ ਧੱਕੇ ਦੇ ਨਾਲ ਨੀਲ ਦੀ ਖੇਤੀ ਕਰਨ ਵਾਸਤੇ, ਕਿਉਂਕਿ ਨੀਲ ਦੀ ਖੇਤੀ ਇੱਕ ਇਸ ਤਰ੍ਹਾਂ ਦੀ ਖੇਤੀ ਸੀ ਜਿਸ ਦੇ ਵਿੱਚ ਕਿ ਇੱਕ ਤੋਂ ਲੈ ਕੇ ਜਾਂ 2 ਵਾਰ ਫਸਲ ਬੀਜਣ ਤੋਂ ਬਾਅਦ ਉਹ ਧਰਤੀ ਬੰਜਰ ਹੋ ਜਾਂਦੀ ਸੀ ਔਰ ਉਸ ਨੀਲ ਦੇ ਵਪਾਰ ਦੇ ਵਿੱਚ ਪੈਸਾ ਬਹੁਤ ਸੀ। ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਸ ਨੂੰ ਅਸੀਂ ਅੱਜ ਕਾਰਪੋਰੇਟ ਦਾ ਨਾਮ ਦੇ ਰਹੇ ਹਾਂ, ਉਹ ਪੁਰਾਣੇ ਸਮਿਆਂ ਦੇ ਵਿੱਚ ਸ਼ਾਹੂਕਾਰਾ ਹੁੰਦਾ ਸੀ। ਤਾਂ ਸ਼ਾਹੂਕਾਰਾ ਸਰਕਾਰ ਤੋਂ ਇਹ ਖੇਤੀ ਕਰਵਾਉਂਦਾ ਸੀ ਔਰ ਇਹ ਸੰਘਰਸ਼ ਵੀ ਬਹੁਤ ਚੱਲਿਆ ਸੀ ਔਰ ਇਹਦੇ ਵਿੱਚ ਕਾਫੀ ਜਾਨੀ ਔਰ ਮਾਲੀ ਵੀ ਨੁਕਸਾਨ ਹੋਇਆ ਸੀ। ਸੋ ਅੱਜ ਦੇ ਸਮੇਂ ਦੇ ਵਿੱਚ ਵੀ ਜੋ ਸ਼ਾਹੂਕਾਰ ਹੈ, ਉਹ ਸਰਕਾਰਾਂ ਦੇ ਥਰੂ ਕਾਨੂੰਨ ਬਣਾ ਕੇ, ਸਰਕਾਰਾਂ ਦੇ ਜ਼ਰੀਏ ਕਾਨੂੰਨ ਬਣਾ ਕੇ ਮੌਜੂਦਾ ਖੇਤੀ ਸੈਕਟਰ 'ਤੇ ਕਾਬਜ਼ ਹੋਣਾ ਚਾਹੁੰਦਾ ਹੈ ਜੀ। ਤੁਸੀਂ ਗੱਲ ਕੀਤੀ ਹੈ ਸ਼ਾਹੂਕਾਰਾਂ ਦੀ, ਤਾਂ ਆਪਾਂ ਇੱਕ ਸਮਝ ਲਿਆ ਜਾਵੇ ਕਿ ਜਿਹੜੇ ਉਸ ਵੇਲੇ ਦੇ ਸ਼ਾਹੂਕਾਰ ਸੀ, ਉਹਦਾ ਹੀ ਬਦਲਿਆ ਹੋਇਆ ਰੂਪ ਆ ਜਿਹੜਾ ਅੱਜ ਦੇ ਵਿੱਚ ਕਾਰਪੋਰੇਟ ਘਰਾਣੇ ਜਿਹਨੂੰ ਆਪਾਂ ਅਬਾਨੀ ਅਡਾਨੀ ਕਹਿੰਦੇ ਆ, ਇਹ ਉਹਨਾਂ ਦਾ ਹੀ ਰੂਪ ਹੈ। ਹਾਂਜੀ, ਬਿਲਕੁਲ ਇਸੇ ਤਰ੍ਹਾਂ ਹੀ ਆ ਜੀ, ਕਿਉਂਕਿ ਜਦੋਂ ਕੋਈ ਵੀ ਧਿਰ ਰਾਜ ਕਰਦੀ ਹੈ ਤਾਂ ਉਹਨੂੰ ਰਾਜ ਕਰਨ ਵਾਸਤੇ ਜੋ ਹੈ ਪੂੰਜੀ ਦੀ ਲੋੜ ਹੁੰਦੀ ਹੈ। ਤਾਂ ਪੂੰਜੀ ਜੋ ਹੈ ਰਾਜ ਕਰਨਾ, ਜਿਹਨੇ ਵੀ ਰਾਜ ਕਰਨਾ ਹੈ ਉਸ ਨੂੰ ਪੂੰਜੀ ਜੋ ਹੈ ਉਹ ਪੂੰਜੀਵਾਦ ਕਹਿ ਲਓ, ਸ਼ਾਹੂਕਾਰ ਕਹਿ ਲਓ ਜਾਂ ਮਿਲ ਮਾਲਕ ਕਹਿ ਲਓ, ਉਹ ਪੂੰਜੀ ਉੱਥੋਂ ਹੀ ਪ੍ਰਾਪਤ ਹੁੰਦੀ ਹੈ। ਅਤੇ ਉਹ ਗੱਦੀ 'ਤੇ ਜਦੋਂ ਲੋਕ ਕਾਬਜ਼ ਹੋ ਜਾਂਦੇ ਆ ਤਾਂ ਉਹਨਾਂ ਨੂੰ ਉਹਨਾਂ ਦੇ ਹਿੱਤ ਪੂਰਨੇ ਹੁੰਦੇ ਹਨ ਔਰ ਉਹਨਾਂ ਹਿੱਤ ਪੂਰਨ ਖਾਤਰ ਉਹ ਜੋ ਹੈ ਆਪਣੇ ਮਨਮਰਜ਼ੀ ਦੀਆਂ ਜੋ ਹਨ ਸੋਧਾਂ ਕਰਵਾਉਂਦੇ ਹਨ ਜਾਂ ਕਾਨੂੰਨ ਲਾਗੂ ਕਰਵਾਉਂਦੇ ਹਨ। ਅੱਛਾ, ਭਾਰਤ ਦੀ ਸੰਵਿਧਾਨ ਦੀ ਗੱਲ ਕਰੀਏ, ਜੇ ਭਾਰਤ ਦੇ ਸੰਵਿਧਾਨ ਦੇ ਵਿੱਚ ਤੁਸੀਂ ਦੇਖਦੇ ਹੋ, ਤੁਹਾਨੂੰ ਕੀ ਲੱਗਦਾ ਹੈ ਕਿ ਕਿਸਾਨਾਂ ਨੂੰ ਕਿਸ ਤਰ੍ਹਾਂ ਦੇ ਹੱਕ ਮਿਲੇ ਹੋਏ ਨੇ ਜਾਂ ਕਦੋਂ ਮਿਲੇ ਨੇ? ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਜੀ, ਅੱਜ ਦੇ ਭਾਰਤ ਦੇ ਸੰਵਿਧਾਨ ਤੋਂ ਪਹਿਲਾਂ ਦੇ ਹੱਕ ਗੱਲ ਕਰੀਏ ਤਾਂ ਇਹ ਜੋ ਮੌਜੂਦਾ ਹੱਕ ਆ ਜ਼ਿਮੀਂਦਾਰਾਂ ਨੂੰ, ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੇ ਸੀ ਜੀ, ਜਿਹੜੇ ਕਿ 18ਵੀਂ ਸਦੀ ਦੇ ਵਿੱਚ ਲਗਭਗ 1745 ਔਰ 1800 ਦੇ ਵਿੱਚ ਜੋ ਬਾਬਾ ਬੰਦਾ ਸਿੰਘ ਬਹਾਦਰ ਆਇਆ ਸੀ, ਉਸ ਟਾਈਮ 'ਤੇ ਜੋ ਕਿਸਾਨ ਹਨ ਉਹ ਵੱਡੇ, ਉਸ ਟਾਈਮ ਵੀ ਪਹਿਲਾਂ ਜ਼ਮੀਨਾਂ ਜਿਹੜੀਆਂ ਸੀ ਵੱਡੇ ਜਾਗੀਰਦਾਰਾਂ ਦੀਆਂ ਹੋਇਆ ਕਰਦੀਆਂ ਸਨ। ਤਾਂ ਬੰਦਾ ਸਿੰਘ ਬਹਾਦਰ ਨੇ ਇੱਕ ਆਪਣੇ ਰਾਜ 'ਚ ਕਾਨੂੰਨ ਪਾਸ ਕਰਕੇ ਜੋ ਖੇਤੀ ਵਾਹੁੰਦਾ ਹੈ ਉਹਨੂੰ ਇਹ ਹੱਕ ਦਿੱਤੇ ਹਨ। ਪਰ ਅੱਜ ਜੋ ਸਾਡਾ ਨਵਾਂ ਸੰਵਿਧਾਨ ਹੈ, ਜੋ ਕਿ ਆਜ਼ਾਦ ਭਾਰਤ ਦਾ ਸੰਵਿਧਾਨ ਹੈ, ਜਿਹਦੇ ਕਿ ਅਸੀਂ 26 ਜਨਵਰੀ ਨੂੰ ਜੋ ਹੈ ਮਨਾਉਂਦੇ ਹਾਂ ਉਸ ਨੂੰ ਸਾਲਾਨਾ ਤੌਰ 'ਤੇ, ਉਹਦੇ ਵਿੱਚ ਵੀ ਕਿਸਾਨਾਂ ਨੂੰ ਔਰ ਹਰੇਕ ਸ਼ਹਿਰੀ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਗਏ ਹਨ। ਹਾਂਜੀ, ਇਹਦੇ ਵਿੱਚ ਜਿਹੜਾ ਹੈ ਭਾਰਤੀ ਸੰਵਿਧਾਨ ਦੀ ਆਪਾਂ ਗੱਲ ਕਰਦੇ ਹਾਂ ਆਜ਼ਾਦੀ ਤੋਂ ਬਾਅਦ ਦੀ, ਇਹਦੇ ਵਿੱਚ ਕਿਸ ਤਰ੍ਹਾਂ ਦੇ ਕਾਨੂੰਨ ਨੇ, ਜਾਂ ਜਦੋਂ ਆਪਾਂ ਅੰਗਰੇਜ਼ਾਂ ਵੇਲੇ ਗੁਲਾਮ ਸੀਗੇ ਉਸ ਵੇਲੇ ਔਰ ਹੁਣ ਦੇ ਸੰਵਿਧਾਨ ਦੇ ਵਿੱਚ ਕੀ ਫ਼ਰਕ ਮੰਨਦੇ ਹੋ? ਜਿੱਥੇ ਤੱਕ ਗੱਲ ਹੈ ਜੀ ਅੰਗਰੇਜ਼ਾਂ ਵੇਲੇ ਗੁਲਾਮ ਦੀ, ਇਸੇ ਤਰ੍ਹਾਂ ਦਾ ਹੀ ਕਾਨੂੰਨ 1905 ਔਰ 6 ਦੇ ਲਗਭਗ ਅੰਗਰੇਜ਼ਾਂ ਨੇ ਵੀ ਬਣਾਏ ਸਨ। ਇੱਕ ਤਾਂ ਉਹਦੇ ਵਿੱਚ ਇਹ ਸੀ ਵੀ ਜਿਸ ਜ਼ਿਮੀਂਦਾਰ ਦੇ ਗਾਹਾਂ ਕੋਈ ਵਾਰਸ ਨਹੀਂ ਆ, ਮੇਲ ਵਾਰਸ ਨਹੀਂ ਹੈ, ਉਹ ਜ਼ਮੀਨ ਸਰਕਾਰੀ ਹੋ ਜਾਏਗੀ। ਔਰ ਇਸੇ ਤਰ੍ਹਾਂ ਹੀ ਇੱਕ ਇਹਨਾਂ ਨੇ ਇਹ ਕਾਨੂੰਨ ਬਣਾਏ ਸਨ ਵੀ ਜੋ ਸਰਕਾਰ ਜਿਸ ਤਰ੍ਹਾਂ ਕਹੇਗੀ ਉਸ ਤਰ੍ਹਾਂ ਖੇਤੀ ਕਰਾਈ ਜਾਏਗੀ। ਉਸ ਸਮੇਂ ਦੇ ਉੱਤੇ ਪਗੜੀ ਸੰਭਾਲ ਜੱਟਾ ਅੰਦੋਲਨ ਚੱਲਿਆ ਸੀ, ਜਿਸ ਦੀ ਅਗਵਾਈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਪਿਤਾ ਸਰਦਾਰ ਕਿਸ਼ਨ ਸਿੰਘ, ਉਹਨਾਂ ਦੇ ਚਾਚਾ ਸਰਦਾਰ ਅਜੀਤ ਸਿੰਘ, ਲਾਲਾ ਲਾਜਪਤ ਰਾਏ ਅਤੇ ਸ਼੍ਰੀ ਘਸੀਟਾ ਰਾਮ ਜੀ ਉਹਨਾਂ ਨੇ ਕੀਤੀ ਸੀ। ਜੋ ਅੰਦੋਲਨ 5 ਤੋਂ 6 ਸਾਲ ਦੇ ਲਗਭਗ ਚੱਲਿਆ ਸੀ ਔਰ ਉਸ ਦੇ ਵਿੱਚ ਵੀ ਕਿਸਾਨਾਂ ਦੀ ਜਿੱਤ ਹੋਈ ਸੀ। ਅਜੋਕੇ ਸੰਵਿਧਾਨ ਦੇ ਵਿੱਚ ਕਿਸਾਨਾਂ ਨੂੰ ਆਪਦੀ ਮਰਜ਼ੀ ਨਾਲ ਫਸਲ ਬੀਜਣ, ਆਪਦੀ ਮਰਜ਼ੀ ਨਾਲ ਖੇਤੀ ਕਰਨ ਦਾ ਪੂਰਾ ਅਧਿਕਾਰ ਹੈ ਔਰ ਸੰਵਿਧਾਨ ਉਹਨਾਂ ਨੂੰ ਜੋ ਹੈ ਪੂਰੀ ਆਜ਼ਾਦੀ ਦਿੰਦਾ ਹੈ। ਹਰੇਕ ਸ਼ਹਿਰੀ ਨੂੰ ਪੂਰੀ ਆਜ਼ਾਦੀ ਦਿੰਦਾ ਹੈ ਕਿ ਉਹ ਆਪਣੀ ਜ਼ਿੰਦਗੀ, ਆਪਣੀ ਜੋ ਜ਼ਮੀਨ ਹੈ, ਜੋ ਆਪਣੀ ਫਸਲ ਹੈ, ਉਹ ਆਪਣੇ ਲੋੜ ਅਨੁਸਾਰ ਜਾਂ ਆਪਣੇ ਹਿਸਾਬ ਦੇ ਨਾਲ ਉਹ ਖੇਤੀ ਕਰ ਸਕਦਾ ਹੈ।
ਅੱਛਾ, ਜਿਸ ਤਰ੍ਹਾਂ ਦੇ ਨਾਲ ਹੁਣ ਸਰਕਾਰ ਇਹ ਕਾਨੂੰਨ ਲੈ ਕੇ ਆ ਰਹੀ ਹੈ, 3 ਕਾਨੂੰਨ ਲੈ ਕੇ ਆ ਰਹੀ ਹੈ, ਇਹ ਕਿਤੇ ਨਾ ਕਿਤੇ ਕਿਸਾਨਾਂ ਨੂੰ ਜਿਹੜਾ ਆਜ਼ਾਦੀ ਮਿਲੀ ਹੈ ਉਹਦੇ ਤੁਹਾਨੂੰ ਕੀ ਲੱਗਦਾ ਹੈ ਕਿ ਉਹਦੀ ਸੰਘੀ ਘੁੱਟਣ ਦੀ ਕੋਸ਼ਿਸ਼ ਹੈ ਕਿਤੇ ਨਾ ਕਿਤੇ? ਕਿਉਂਕਿ ਜਦੋਂ ਆਪਾਂ ਸਰਕਾਰ ਦੇ ਪਿੱਛੇ RSS ਦੀ ਗੱਲਬਾਤ ਚੱਲਦੀ ਹੈ, ਜਦੋਂ ਖਾਸ ਤੌਰ ਦੇ ਉੱਤੇ ਸਿੱਖ ਹਲਕਿਆਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਜਿਹੜੀ ਮੋਦੀ ਸਰਕਾਰ ਹੈ, ਮੋਦੀ ਸਰਕਾਰ ਦੇ ਪਿੱਛੇ RSS ਦਾ ਹੱਥ ਹੈ, ਔਰ RSS ਨੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਕਈ ਵਾਰ ਇਹ ਵੀ ਗੱਲਾਂ ਸਾਹਮਣੇ ਆਈਆਂ ਕਿ ਸੰਵਿਧਾਨ ਨੂੰ ਬਦਲਣ ਦੀ ਗੱਲਬਾਤ ਚੱਲ ਰਹੀ ਹੈ, ਔਰ ਕਿਤੇ ਨਾ ਕਿਤੇ ਲੁਕਮਾ ਏਜੰਡਾ ਤੁਹਾਨੂੰ ਲੱਗਦਾ ਵੀ ਇਸੇ ਤਰ੍ਹਾਂ ਦਾ ਹੀ ਹੈ, ਕਿਸਾਨੀ ਦਾ ਗਲਾ ਘੁੱਟਣ ਦੀ ਕੋਸ਼ਿਸ਼ ਹੈ? ਤੁਸੀਂ ਇੱਕ ਬਹੁਤ ਵਧੀਆ ਸਵਾਲ ਪੁੱਛਿਆ ਜੀ। ਇਸ ਸਵਾਲ ਦਾ ਸਪਸ਼ਟ ਉੱਤਰ ਆ, ਇਹ RSS ਦੀ ਵਰਤੋਂ ਤਾਂ ਹੈ ਹੀ ਹੈ, ਕਿਉਂਕਿ ਧਰਮ ਜੋ ਹੈ ਇਨਸਾਨ ਨੂੰ ਇਮੋਸ਼ਨਲ ਕਰ ਦਿੰਦਾ ਹੈ। ਪਰ ਉਸ ਤੋਂ ਪਹਿਲਾਂ ਜੋ ਇਹ ਕਾਨੂੰਨ ਅੱਜ ਪੰਜਾਬ ਹਰਿਆਣਾ ਦੇ ਵਿੱਚ ਲਾਗੂ ਕਰ ਰਹੇ ਹਨ, ਉਹ ਕਾਨੂੰਨ ਇਹ ਲੁਕਵੇਂ ਤੌਰ 'ਤੇ 2006 ਦੇ ਵਿੱਚ ਬਿਹਾਰ ਦੇ ਵਿੱਚ ਲਾਗੂ ਕਰ ਚੁੱਕੇ ਹਨ। ਉੱਥੇ ਮੰਡੀਆਂ ਖਤਮ ਕਰ ਦਿੱਤੀਆਂ, ਔਰ ਆਪਾਂ ਨੂੰ ਬਹੁਤਾ ਇਹਦੇ ਵਾਸਤੇ ਤਫਸੀਲ 'ਚ ਜਾਣ ਦੀ ਲੋੜ ਨਹੀਂ ਹੈਗੀ, ਕਿਉਂਕਿ ਆਪਾਂ ਬਿਹਾਰ ਦੇ ਕਿਸਾਨਾਂ ਦੀ ਹਾਲਤ ਦੇਖ ਰਹੇ ਹਾਂ। ਸਰਕਾਰ ਨੂੰ ਅਨਾਜ ਦੀ ਲੋੜ ਸੀ, ਇਸ ਕਰਕੇ ਹਰਿਆਣਾ ਪੰਜਾਬ ਵੱਲ ਨੂੰ ਇਹ ਨਹੀਂ ਝਾਕੇ, ਔਰ ਅੱਜ ਇਹਨਾਂ ਨੇ ਇਹ ਮਾਰੂ ਕਾਨੂੰਨ ਜੋ ਹਨ ਇਹ ਸ਼ਰਤਾਂ ਦੇ ਨਾਲ ਲਾਗੂ ਕੀਤੇ ਹਨ, ਜਿਹਦੀ ਕਿ ਤਕਰੀਬਨ ਹੌਲੀ ਹੌਲੀ ਸਾਰੇ ਲੋਕਾਂ ਨੂੰ ਸਮਝ ਆ ਗਈ ਹੈ। ਔਰ ਇਹ ਜੋ ਆਪਾਂ RSS ਦੀ ਗੱਲ ਕਰਦੇ ਹਾਂ, ਇਹ ਜੋ ਧਰਮ ਦੇ ਪਿੱਛੇ ਇੱਕ ਜਮਾਤ ਲੁਕੀ ਹੋਈ ਹੈ, ਇਹਨਾਂ ਦਾ ਸਾਰਿਆਂ ਦਾ ਏਜੰਡਾ ਇੱਕੋ ਇੱਕ ਹੁੰਦਾ ਵੀ ਆਪਾਂ ਪੂੰਜੀ 'ਤੇ ਜੋ ਉਹਦੇ ਰਿਸੋਰਸ ਨੇ ਜਨਤਾ ਦੇ, ਉਹਦੇ 'ਤੇ ਕਿਵੇਂ ਕਬਜ਼ਾ ਕਰਨਾ ਔਰ ਆਪਣੀ ਵਾਹ ਕਿਵੇਂ ਲੁੱਟਣੀ ਹੈ, ਔਰ ਆਪਣੇ ਜੀਵਨ ਪੱਧਰ ਨੂੰ ਉੱਚਾ ਚੱਕਣ ਵਾਸਤੇ ਇਹ ਲੋਕਾਂ ਨੂੰ ਹਮੇਸ਼ਾ ਜਿਉਣ ਦੇ ਹੱਕਾਂ ਤੋਂ ਵਾਂਝੇ ਰੱਖਣਾ ਚਾਹੁੰਦੇ ਹਨ। ਪੰਜਾਬ ਦਾ ਕਿਸਾਨ ਵਧੀਆ ਰੋਟੀ ਖਾਂਦਾ, ਵਧੀਆ ਜ਼ਿੰਦਗੀ ਬਸਰ ਕਰਦਾ, ਔਰ ਹਰਿਆਣਾ ਔਰ ਪੰਜਾਬ ਆਪਾਂ ਇੱਕੋ ਹੀ ਕਹਿ ਸਕਦੇ ਹਾਂ, ਇਹ ਅਲੱਗ ਨਹੀਂ ਹੈ। ਜੋ ਉੱਤਰ ਭਾਰਤ ਦਾ ਪੱਛਮੀ ਖਿੱਤਾ ਹੈ, ਇਹ ਤਕਰੀਬਨ ਏਸ਼ੀਆ ਮਹਾਂਦੀਪ ਦੇ ਵਿੱਚ ਸਭ ਤੋਂ ਉਪਜਾਊ ਜ਼ਮੀਨ ਹੈ, ਜਿਸ ਦੇ ਉੱਤੇ ਕਿ ਇਹ ਜੋ ਪੂੰਜੀਵਾਦ ਦਾ ਕਾਰਪੋਰੇਟ ਰੂਪੀ ਕਾਲਾ ਸਾਇਆ ਮੰਡਰਾ ਰਿਹਾ ਹੈ, ਔਰ ਇਹ ਉਸ ਨੂੰ ਨਿਗਲਣ ਦੀ ਕੋਸ਼ਿਸ਼ ਕਰ ਰਿਹਾ ਹੈ ਜੀ। ਕੀ ਲੱਗਦਾ ਬੇਦੀ ਸਾਹਿਬ, ਜਿੱਦਾਂ ਕਿਸਾਨੀ ਹੁਣ ਕਿਸਾਨ ਦਿੱਲੀ ਦੇ ਬਾਰਡਰਾਂ ਦੇ ਉੱਤੇ ਬੈਠੇ ਨੇ, ਔਰ ਜੇ ਆਪਾਂ ਇਹਨਾਂ ਕਾਲੇ ਕਾਨੂੰਨਾਂ ਤੋਂ ਪਹਿਲਾਂ ਦੀ ਗੱਲ ਕਰ ਲਈਏ ਤਾਂ ਖੁਦਕੁਸ਼ੀਆਂ ਲਗਾਤਾਰ ਕਿਸਾਨ ਕਰ ਰਿਹਾ ਸੀ। ਤੁਹਾਨੂੰ ਕੀ ਲੱਗਦਾ ਹੈ ਕਿ ਕਿਸਾਨ ਜਿਹੜੀ ਕਿਸਾਨੀ ਹੈ ਉਹ ਲਗਾਤਾਰ ਨਿਘਾਰ ਦੇ ਵੱਲ ਨੂੰ ਜਾ ਰਹੀ ਹੈ? ਕਿਉਂਕਿ ਜਾਂ ਇਹਦੇ ਵਿੱਚ ਕਸੂਰ ਕਿਹਦਾ ਮੰਨਦੇ ਹੋ? ਜੇ ਆਪਾਂ ਇਹਦੇ ਪੜਚੋਲ ਦੀ ਗੱਲ ਕਰੀਏ, ਮੰਨ ਲਓ ਇਹ ਕਾਨੂੰਨ ਵਾਪਸ ਵੀ ਲੈ ਲੈਂਦੀ ਹੈ ਸਰਕਾਰ, ਅਤੇ ਉਸ ਤੋਂ ਬਾਅਦ ਵੀ ਕਿਸਾਨੀ ਦੇ ਵਿੱਚ ਜਿਹੜੇ ਹੈਗੇ ਆ ਹਾਲਾਤ ਉਹ ਪਹਿਲਾਂ ਵਾਲੇ ਹੀ ਰਹਿਣਗੇ, ਕਿਉਂਕਿ ਇਹਨਾਂ ਕਾਨੂੰਨਾਂ ਤੋਂ ਪਹਿਲਾਂ ਵੀ ਆਪਾਂ ਵੇਖਿਆ ਕਿ ਜਿਹੜੀ ਕਿਸਾਨੀ ਹੈ, ਕਿਸਾਨੀ ਦੀ ਦੁਰਦਸ਼ਾ ਕੋਈ ਬਹੁਤੀ ਵਧੀਆ ਨਹੀਂ ਸੀ। ਆਏ ਦਿਨ ਆਪਾਂ ਕਿਸਾਨਾਂ ਦੀ ਖੁਦਕੁਸ਼ੀ ਦੀਆਂ ਖਬਰਾਂ ਦੇਖਦੇ ਸੀ। ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਵਿੱਚ ਕਸੂਰ ਕਿਹਦਾ ਹੈ, ਸਰਕਾਰ ਦਾ ਜਾਂ ਕਿਤੇ ਨਾ ਕਿਤੇ ਅਸੀਂ ਵੀ ਜ਼ਿੰਮੇਵਾਰ ਹਾਂ ਇਹਦੇ? ਦੇਖੋ ਜੀ, ਇਹਦੇ 'ਚ ਜੇ ਕਸੂਰ ਕੱਢਿਆ ਜਾਵੇ ਤਾਂ ਮੈਂ ਜੋ ਗੱਲ ਕਹਿ ਰਿਹਾ ਵਾਂ ਉਹ ਚੁਭੂਗੀ। ਉਹ ਗੱਲ ਇਸ ਤਰ੍ਹਾਂ ਵੀ ਅਸੀਂ ਗਿਆਨ ਤੋਂ ਹੀਣੇ ਆ, ਸਾਡੀ ਸੋਚ ਲੰਬੀ ਨਹੀਂ ਹੈਗੀ। ਅਸੀਂ ਤੁਰੰਤ ਹੀ ਚਾਹੁੰਦੇ ਵੀ ਸਾਡੇ ਕੋਲ ਛੇਤੀ ਪੈਸਾ ਆ ਜੇ। ਸਰਕਾਰਾਂ ਨੇ ਸਾਨੂੰ ਹਰੀ ਕ੍ਰਾਂਤੀ ਵੱਲ ਲਾਇਆ, ਇੱਕ ਪਾਸੇ ਸਾਡੀਆਂ ਜ਼ਮੀਨਾਂ ਇਹਨਾਂ ਨੇ ਖਰਾਬ ਕੀਤੀਆਂ, ਦੂਜੇ ਤੌਰ 'ਤੇ ਸਾਨੂੰ ਵਾਧੂ ਉਪਜ ਲੈਣ ਵਾਸਤੇ ਕੈਮੀਕਲ ਵਰਤਣ 'ਤੇ ਜ਼ੋਰ ਪਾਇਆ। ਇੱਕ ਜੋ ਹੈ, ਜਿਸ ਤਰ੍ਹਾਂ ਇੱਕ ਬੰਦਾ ਜੋ ਹੈ ਅਮਲੀ ਹੁੰਦਾ ਹੈ, ਨਸ਼ਾ ਕਰਦਾ ਹੈ, ਉਹ ਕੰਮ ਲੈਣ ਵਾਸਤੇ ਸਰੀਰ ਨੂੰ ਨਸ਼ੇ 'ਤੇ ਲਾ ਲੈਂਦਾ ਹੈ। ਉਹ ਕੁਛ ਸਾਲ ਤੱਕ ਕੰਮ ਬਹੁਤ ਕਰਦਾ ਹੈ, ਪਰ ਬਾਅਦ 'ਚ ਉਹਦਾ ਸਰੀਰ ਜੋ ਹੈ ਖ਼ਤਮ ਹੋ ਜਾਂਦਾ, ਉਹ ਆਪਣੀ ਉਮਰ ਅੱਧੀ ਵੀ ਨਹੀਂ ਹੰਢਾ ਸਕਦਾ। ਤਾਂ ਉਹੀ ਹਾਲ ਅੱਜ ਸਾਡੀਆਂ ਜ਼ਮੀਨਾਂ ਦਾ ਹੋਇਆ, ਔਰ ਇਹਦੇ ਵਿੱਚ ਸਰਕਾਰ ਤਾਂ ਦੋਸ਼ੀ ਹੈ ਹੀ ਹੈ, ਪਰ ਕਿਤੇ ਨਾ ਕਿਤੇ ਅਸੀਂ ਆਪ ਵੀ ਬਹੁਤ ਵੱਡੇ ਜ਼ਿੰਮੇਵਾਰ ਹਾਂ, ਕਿਉਂਕਿ ਸਾਡੇ ਪੇਟ ਦੀ ਭੁੱਖ ਪੂਰੀ ਹੋਈ ਸੀ, ਸਾਡੇ ਕੋਲ ਵਧੀਆ ਜੀਵਨ ਸੀ, ਪਰ ਅਸੀਂ ਹੋਰ ਦੇ ਲਾਲਚ ਦੇ ਵਿੱਚ ਆਪ ਦਾ ਨੁਕਸਾਨ ਆਪ ਹੀ ਕਰ ਬੈਠੇ ਹਾਂ। ਅਤੇ ਜੇ ਆਪਾਂ ਇਹਨਾਂ ਕਾਨੂੰਨਾਂ ਦੀ ਗੱਲਬਾਤ ਕਰਦੇ ਹਾਂ, ਔਰ ਜੇ ਅਸੀਂ ਵਿਦੇਸ਼ਾਂ ਦੀ ਗੱਲਬਾਤ ਕਰੀਏ ਤਾਂ ਵਿਦੇਸ਼ੀ ਕਾਨੂੰਨ ਕੀ ਕਹਿੰਦੇ ਨੇ? ਕਿਸਾਨਾਂ ਦੇ ਕਿਸ ਹੱਕ ਹਕੂਕ ਦੀ ਗੱਲ ਕਰਦੇ ਨੇ, ਜਾਂ ਉਹਨਾਂ ਦੇ ਉਹ ਸੰਵਿਧਾਨ ਦੇ ਵਿੱਚ ਕਿਸਾਨਾਂ ਨੂੰ ਕਿੱਦਾਂ ਦੇ ਰਾਈਟਸ ਮਿਲੇ ਹੋਏ ਨੇ? ਦੇਖੋ ਜੀ, ਇਹ ਜਿਹੜਾ ਕਾਰਪੋਰੇਟ ਵਾਲੇ ਕਾਨੂੰਨ ਹਨ,
ਇਹ 1975 ਤੋਂ ਬਾਅਦ ਅਮਰੀਕਾ ਨੇ ਔਰ ਕਈਆਂ ਜਗ੍ਹਾ ਲਾਗੂ ਹੋਏ। ਔਰ ਸਭ ਤੋਂ ਵੱਡੀ ਗੱਲ ਮੈਂ ਦੱਸਾਂ, ਜਿਹੜਾ ਅੱਜ ਸਾਡਾ ਪੰਜਾਬ ਵਾਲਿਆਂ ਦਾ, ਜਿਹਨੂੰ ਅਸੀਂ ਮੱਕਾ, ਕੈਨੇਡਾ ਨੂੰ ਅਸੀਂ ਆਪਣਾ ਮੱਕਾ ਮੰਨਦੇ ਆ, ਹਰੇਕ ਪੰਜਾਬੀ ਦੀ ਕੋਸ਼ਿਸ਼ ਹੁੰਦੀ ਵੀ ਮੈਂ ਕੈਨੇਡਾ ਦੇ ਵਿੱਚ ਜਾਵਾਂ। ਬੇਸ਼ੱਕ ਉੱਥੇ ਅੱਜ ਬਹੁਤ ਵੱਡੇ ਵੱਡੇ ਫਾਰਮ ਜੋ 1990-95 'ਚ ਬਣੇ, ਉਹ ਇਸੇ ਤਰ੍ਹਾਂ ਹੀ ਬਣੇ, ਉਹ ਆਪਦੀ ਜਗ੍ਹਾ 'ਤੇ ਹਨ। ਪਰ ਸਾਡੇ ਆਪਣੇ ਇਲਾਕੇ ਦੇ ਲੋਕਾਂ ਨੇ ਉੱਥੇ ਜਾ ਕੇ ਇਸੇ ਤਰ੍ਹਾਂ ਹੀ ਫਾਰਮ ਬਣਾਏ ਹਨ, ਕੋਈ 10 ਕਿੱਲਿਆਂ 'ਚ, ਕੋਈ 50 ਕਿੱਲਿਆਂ 'ਚ, ਕੋਈ 100 ਕਿੱਲਿਆਂ 'ਚ, ਕੋਈ 200 ਕਿੱਲਿਆਂ 'ਚ। ਜੋ ਮੌਜੂਦਾ ਕਿਸਾਨੀ ਇਸ ਸਮੇਂ ਸਾਡੇ ਭਾਰਤ ਦੇ ਵਿੱਚ ਚੱਲ ਰਹੀ ਹੈ, ਇਸ ਤੋਂ ਬਗੈਰ ਕਿਸੇ ਵੀ ਦੇਸ਼ ਦੀ ਆਰਥਿਕ ਉન્નਤੀ ਉਹ ਸੰਭਵ ਨਹੀਂ ਹੈ। ਸੋ ਇਹ ਜੋ ਕਾਨੂੰਨ ਹਨ ਇਹ ਬਹੁਤ ਹੀ ਗਲਤ ਹਨ ਔਰ ਇਹਦੇ ਵਾਸਤੇ ਸਾਨੂੰ ਵੀ ਜਾਗਣਾ ਹੋਊਗਾ। ਇਹਨਾਂ ਕਾਨੂੰਨਾਂ ਤੋਂ ਬਗੈਰ ਜੇ ਆਪਾਂ ਕਹੀਏ ਤਾਂ ਕਿਸਾਨਾਂ ਨੂੰ ਵਿਦੇਸ਼ਾਂ ਦੇ ਵਿੱਚ ਤੁਹਾਨੂੰ ਕੋਈ ਯਾਦ ਆਉਂਦਾ ਹੋਵੇ ਕਿਸੇ ਪਾਸਿਓਂ ਕਿ ਉਹਨਾਂ ਨੂੰ ਕਿਹੜੇ-ਕਿਹੜੇ ਹੋਰ ਅਧਿਕਾਰ ਦਿੱਤੇ ਹੋਏ ਨੇ? ਦੇਖੋ ਜੀ, ਉੱਥੇ ਕਿਸਾਨਾਂ ਨੂੰ ਜੋ ਅਧਿਕਾਰ ਦਿੱਤੇ ਹੋਏ ਨੇ ਉਹ ਬਹੁਤ ਵਧੀਆ ਅਧਿਕਾਰ ਦਿੱਤੇ ਹੋਏ ਨੇ। ਪਹਿਲੀ ਗੱਲ ਤਾਂ ਉੱਥੇ ਜੋ ਖੇਤੀ ਹੁੰਦੀ ਹੈ ਉਹ ਇੰਸ਼ੋਰੈਂਸ ਹੁੰਦੀ, ਉਹਦਾ ਬੀਮਾ ਹੋਇਆ ਹੁੰਦਾ। ਅੱਛਾ ਜੀ। ਉਸ ਬੀਮੇ ਦੇ ਵਿੱਚ ਕਿਸੇ ਕਿਸਮ ਦੀ ਰਿਸ਼ਵਤ ਜਾਂ ਕਰਪਸ਼ਨ ਨਹੀਂ ਹੁੰਦੀ। ਉਹ ਇਸ ਤਰ੍ਹਾਂ ਹੁੰਦਾ, ਜੇ ਕੋਈ ਕੁਦਰਤੀ ਆਫਤ ਆ ਜਾਵੇ ਤਾਂ ਉਹ ਜਿੰਨੀ ਉਸ ਦੀ ਲਗਭਗ ਆਈਡੀਆ ਲਗਾਇਆ ਹੁੰਦਾ ਵੀ ਜਿੰਨਾ ਉਹਨੂੰ ਜਿੰਨੇ ਦੀ ਉਹਦੀ ਫਸਲ ਹੁੰਦੀ ਹੈ ਔਰ ਉਹਦਾ ਨੁਕਸਾਨ ਹੋ ਜਾਂਦਾ ਤੇ ਉਹ ਸਰਕਾਰਾਂ ਉਹਦੀ ਭਰਪਾਈ ਕਰਦੀਆਂ ਹਨ। ਉੱਥੇ ਜੋ ਹੈ ਸਬਸਿਡੀ ਦਾ ਸਿਸਟਮ ਆਪਣੇ ਤੋਂ ਬਿਲਕੁਲ ਨਵੇਕਲਾ ਹੈ ਔਰ ਉਹਨਾਂ ਸਰਕਾਰਾਂ ਦਾ ਜਿਹੜਾ ਪ੍ਰਬੰਧ ਇਸ ਤਰ੍ਹਾਂ ਹੈ ਕਿ ਉੱਥੇ ਕਿਸੇ ਕਿਸਾਨ ਨੂੰ ਖੁਦਕੁਸ਼ੀ ਨਹੀਂ ਕਰਨੀ ਪੈਂਦੀ। ਇਸ ਕਰਕੇ ਅਸੀਂ ਉਸ ਸਿਸਟਮ ਦੇ ਨਾਲ ਤਾਂ ਉਹਨਾਂ ਨੂੰ ਆਪਣੇ ਆਪ ਨੂੰ ਨਹੀਂ ਰੱਖ ਸਕਦੇ, ਪਰ ਜੇ ਅਸੀਂ ਸਿਆਣੇ ਹੋ ਕੇ ਚੱਲੀਏ ਤਾਂ ਅਸੀਂ ਜੋ ਹੈ ਇੱਕ ਵਧੀਆ ਜੋ ਹੈ ਸਿਸਟਮ ਆਪ ਤਿਆਰ ਕਰ ਸਕਦੇ ਹਾਂ। ਅੱਛਾ, ਅੱਜ ਤਕਰੀਬਨ ਆਪਾਂ ਦੇਖਦੇ ਹਾਂ ਕਿ ਸਾਰੇ ਰਾਜਨੀਤਿਕ ਲੀਡਰ ਨੇ ਜਿਹੜੇ, ਜਦੋਂ ਦੇ ਕਾਨੂੰਨ ਆਏ ਨੇ ਕਿਸਾਨਾਂ ਨੇ ਇੱਥੇ ਪੰਜਾਬ ਤੋਂ ਪ੍ਰੋਟੈਸਟ ਸ਼ੁਰੂ ਕੀਤਾ ਹੈ ਤੇ ਉਸ ਵੇਲੇ ਉਹਨਾਂ ਦੇ ਸੁਰ ਹੋਰ ਸੀ। ਅੱਜ ਜਿਹੜੇ ਹੈਗੇ ਆ, ਜਦੋਂ ਉਹਨਾਂ ਨੇ ਦੇਖਿਆ ਕਿ ਕਿਸਾਨੀ ਘੋਲ ਇਸ ਹੱਦ ਤੱਕ ਚਲਿਆ ਗਿਆ ਔਰ ਉਹਨਾਂ ਨੂੰ ਆਉਣ ਵਾਲੀਆਂ ਚੋਣਾਂ ਵੀ ਦਿਸ ਰਹੀਆਂ ਨੇ ਕਿ ਜਦੋਂ ਪਿੰਡਾਂ ਦੇ ਵਿੱਚ ਜਾਣਗੇ ਤੇ ਕਿਹੜਾ ਮੂੰਹ ਲੈ ਕੇ ਜਾਣਗੇ, ਪਿੰਡਾਂ ਦੇ ਵਿੱਚ ਲਾਜ਼ਮੀ ਹੈ ਕਿ ਉਹਨਾਂ ਦਾ ਵਿਰੋਧ ਹੋਏਗਾ। ਜਿਹੜੇ ਇਹਨਾਂ ਕਾਨੂੰਨਾਂ ਤੋਂ ਵਿਰੋਧ ਦੇ ਵਿੱਚ ਖੜੇ ਸੀਗੇ ਔਰ ਲੋਕ ਹੁਣ ਪਛਾਣ ਰਹੇ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਤੱਕ ਕਿਸਾਨੀ ਮੁੱਦੇ ਦੇ ਉੱਤੇ ਸਰਕਾਰਾਂ ਦਾ ਰੋਲ ਕੀ ਰਿਹਾ? ਖਾਸ ਤੌਰ ਦੇ ਉੱਤੇ ਜੇ ਆਪਾਂ ਦੋ ਸਰਕਾਰਾਂ ਦੀ ਗੱਲ ਕਰੀਏ, ਆਮ ਆਦਮੀ ਪਾਰਟੀ ਤਾਂ ਪਿੱਛੇ ਜਿਹੀ ਆਈ ਹੈ ਨਾ, ਜੇ ਆਪਾਂ ਇਤਿਹਾਸ ਦੀ ਗੱਲ ਕਰੀਏ, ਕਾਂਗਰਸ ਤੇ ਜਿਹੜੀ ਸਾਡੇ ਪੰਜਾਬ ਦੇ ਵਿੱਚ ਅਕਾਲੀ ਦਲ ਹੈ, ਉਹਦਾ ਕੀ ਰੋਲ ਰਿਹਾ ਹੁਣ ਤੱਕ? ਸਨੀ ਜੀ, ਇਹਦੇ ਵਾਸਤੇ ਮੈਂ ਤੁਹਾਨੂੰ ਅੱਜ ਤੋਂ ਤਕਰੀਬਨ 35-40 ਸਾਲ ਪਿੱਛੇ ਲੈ ਕੇ ਜਾਵਾਂਗਾ। ਆਪਣੇ ਦੇਸ਼ ਦੇ ਵਿੱਚ 1985 ਤੋਂ ਪਹਿਲਾਂ ਨਾ ਤਾਂ ਕੋਈ ਰੰਗੀਨ ਟੀਵੀ ਬਾਹਰੋਂ ਆਉਂਦਾ ਸੀ, ਨਾ ਕੋਈ ਕਾਰ ਬਾਹਰੋਂ ਆਉਂਦੀ ਸੀ। 1985-86 ਦੇ ਵਿੱਚ ਮੈਨੂੰ ਜਿੱਥੇ ਤੱਕ ਯਾਦ ਹੈ ਪਹਿਲੀ ਕੋਲੈਬੋਰੇਸ਼ਨ ਮਰੂਤੀ ਵਾਲਿਆਂ ਦੀ ਹੋਈ ਸੀ। ਉਸ ਤੋਂ ਬਾਅਦ 90 ਦੇ ਵਿੱਚ ਸਾਡੇ ਮੁਲਕ ਦਾ ਆਰਥਿਕ ਨਿਘਾਰ ਬਹੁਤ ਜ਼ਿਆਦਾ ਹੋ ਗਿਆ ਸੀ। 1993 ਦੇ ਵਿੱਚ ਸਾਡਾ ਮੁਲਕ ਤਕਰੀਬਨ ਕਰਜ਼ਾਈ ਹੋ ਕੇ ਗਰੀਬੀ ਹੋਣ ਦੇ ਕਿਨਾਰੇ ਚਲਿਆ ਗਿਆ ਸੀ। ਉਸ ਟਾਈਮ 'ਤੇ ਜੋ ਹੈ ਸਾਨੂੰ ਵਿਦੇਸ਼ਾਂ ਵਾਸਤੇ, FDI ਵਾਸਤੇ ਸਾਡੀਆਂ ਉਸ ਸਮੇਂ ਦੀਆਂ ਸਰਕਾਰਾਂ, ਕਾਂਗਰਸ ਦੀ ਸਰਕਾਰ ਸੀ। ਜਿੱਥੇ ਤੱਕ ਮੈਨੂੰ ਯਾਦ ਹੈ ਮਨਮੋਹਨ ਸਿੰਘ ਵਿੱਤ ਮੰਤਰੀ ਸਨ 1993 ਸ਼੍ਰੀ ਨਰਸਿਮਹਾ ਰਾਓ ਦੀ ਸਰਕਾਰ ਵੇਲੇ। ਇਹ ਜੋ ਸਮਝੌਤੇ ਅੱਜ ਅਸੀਂ ਭੁਗਤ ਰਹੇ ਹਾਂ, ਇਹ ਜਿਹੜੇ ਹੈ ਗੈਟ ਸਮਝੌਤਾ ਤੇ WTO ਸਮਝੌਤਾ, ਉਸ ਟਾਈਮ ਦੇ ਉੱਤੇ ਇਹ ਸਮਝੌਤੇ ਇਕਰਾਰ ਕੀਤੇ ਗਏ ਸਨ ਔਰ ਇਹਨਾਂ ਨੂੰ ਉਸ ਟਾਈਮ 'ਤੇ ਸਰਕਾਰਾਂ ਨੇ ਆਪ ਇਸ ਦੇ ਵਿਰੋਧ ਤੋਂ ਡਰਦਿਆਂ ਇਹਨੂੰ ਠੰਡੇ ਵਾਸਤੇ ਵਿੱਚ ਪਾ ਕੇ ਰੱਖਿਆ ਸੀ ਔਰ ਜੋ ਕਿ ਇਹ ਹੌਲੀ ਹੌਲੀ ਹੁਣ ਜੋ ਹੈ ਨਾ ਇਹ ਲੋਕਾਂ ਦੇ ਸਾਹਮਣੇ ਆਉਣ ਲੱਗੇ ਹਨ। ਤੇ ਹੁਣ ਤੱਕ ਰੋਲ ਕੀ ਰਿਹਾ ਪੰਜਾਬ ਦੀ ਕਿਸਾਨੀ ਦੇ ਲਈ? ਖਾਸ ਤੌਰ ਦੇ ਉੱਤੇ ਅਕਾਲੀ ਦਲ ਕਹਿੰਦੇ ਆ ਕਿ ਅਸੀਂ ਕਿਉਂਕਿ ਸਾਰੇ ਹੁਣ ਤੱਕ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰ ਰਹੇ ਨੇ, ਉਸ ਵੇਲੇ ਤੋਂ ਹੁਣ ਤੱਕ ਕੀ ਇਹਨਾਂ ਨੇ, ਸਰਕਾਰਾਂ ਨੇ ਕਿਸਾਨੀ ਹਿੱਤਾਂ ਦੇ ਲਈ ਕੁਝ ਕੀਤਾ? ਦੇਖੋ ਜੀ, ਇੱਥੇ ਮੈਂ ਇੱਕ ਉਦਾਹਰਨ ਦੇਣਾ ਚਾਹਾਂਗਾ। ਸਰਕਾਰਾਂ ਚਾਹੇ ਕੋਈ ਵੀ ਨੇ, ਮੈਂ ਇਕੱਲੇ ਆਪਣੇ ਮੁਲਕ ਦੀਆਂ ਸਰਕਾਰਾਂ ਦੀ ਗੱਲ ਨਹੀਂ ਕਰਦਾ। ਸਰਕਾਰਾਂ ਅੰਬ ਖਾ ਕੇ ਜਿਹੜੀਆਂ ਗੁਠਲੀਆਂ ਨੇ ਨਾ ਉਹ ਲੋਕਾਂ ਨੂੰ ਦਿੰਦੀਆਂ ਨੇ। ਇਹ ਤੁਸੀਂ ਕਿਤੇ ਵੀ ਦੇਖ ਲਓ, ਅੱਜ ਦੇ ਟਾਈਮ ਦੇ ਵਿੱਚ ਤੁਸੀਂ ਦੇਖ ਲਓ
ਵੀ ਜਿਹੜੇ ਚੰਗਾ ਜਿਹੜਾ ਆਮਦਨ ਹੋਣੀ ਚਾਹੀਦੀ ਹੈ ਉਹ ਹਿੰਦੁਸਤਾਨ 'ਚ ਕੁਛ ਲੱਖ ਬੰਦਿਆਂ ਤੱਕ ਹੀ ਹੋਊਗੀ। ਬਾਕੀ ਲੋਕਾਂ ਦਾ ਜਿਹੜਾ ਜੀਵਨ ਪੱਧਰ ਬਹੁਤ ਨੀਵਾਂ ਵਾ। ਔਰ ਇਹ ਸਰਕਾਰਾਂ ਸਾਡੀ ਬਦਕਿਸਮਤੀ ਹੈ ਕਿ ਅਸੀਂ ਲੋਕ ਵੀ ਭੁੱਲੇ ਆ। ਵੋਟਾਂ ਦੇ ਟਾਈਮ ਦੇ ਉੱਤੇ ਅਸੀਂ ਇਹ ਸਾਰਾ ਕੁਝ ਭੁੱਲ ਜਾਂਦੇ ਆ ਔਰ ਸਰਕਾਰਾਂ ਸਾਨੂੰ ਜੋ ਥੋੜ੍ਹੇ ਸਮੇਂ ਦਾ ਲਾਭ ਦੇ ਕੇ ਇਹ ਸਾਨੂੰ ਅਸੀਂ ਵਿਕ ਜਾਂਦੇ ਆ। ਸਰਕਾਰਾਂ ਨਹੀਂ ਖਰੀਦੀਆਂ, ਅਸੀਂ ਆਪਦੀ ਕੀਮਤ ਆਪ ਪਵਾ ਲੈਂਦੇ ਆ ਔਰ ਇਹਦੇ 'ਚ ਸਾਰੇ ਹੀ ਦੋਸ਼ੀ ਹਨ। ਇਸ ਕਰਕੇ ਆਪਾਂ ਪਰ ਜੋ ਕੰਮ ਹੁਣ ਫੜਿਆ ਵਾ ਉਹ ਬਿਲਕੁਲ ਹੀ ਗਲਤ ਹੈ, ਕਿਉਂਕਿ ਅੱਗੇ ਜੋ ਸ਼ਾਹੂਕਾਰ ਸੀ ਉਹ ਸੈਂਕੜਿਆਂ ਦੇ ਹਿਸਾਬ ਨਾਲ ਹੁੰਦੇ ਸੀਗੇ। ਹੁਣ ਜੋ ਮੁੱਖ ਤੌਰ 'ਤੇ ਕੰਮ ਚੱਲ ਰਿਹਾ ਵਾ ਸਿਰਫ ਉਹ ਗਿਣਤੀ ਦੇ ਕੁਝ ਸ਼ਾਹੂਕਾਰਾਂ ਵਾਸਤੇ ਕਰ ਰਿਹਾ ਹਨ। ਇਸ ਕਰਕੇ ਸੰਘਰਸ਼ ਜੋ ਹੈ ਇੰਨੀ ਦੂਰ ਤੱਕ ਪਹੁੰਚ ਚੁੱਕਾ ਹੈ। ਕੀ ਲੱਗਦਾ ਹੈ ਕਿ ਜਿਵੇਂ ਇਹ ਕਿਹਾ ਜਾਂਦਾ ਹੈ ਕਿ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਉਹ ਜਦੋਂ ਆਰਥਿਕ ਨੀਤੀ ਲਾਗੂ ਕਰਦੀਆਂ ਨੇ ਤਾਂ ਉਹਦੇ ਵਿੱਚ ਹਰ ਇੱਕ ਵਰਗ ਨੂੰ, ਹਰ ਇੱਕ ਖਿੱਤੇ ਨੂੰ, ਹਰ ਇੱਕ ਲੋਕਾਂ ਨੂੰ ਜਿਹੜੇ ਥੱਲੇ ਤੱਕ ਆਉਂਦੇ ਨੇ, ਉੱਪਰ ਕਲਾਸ ਤੋਂ ਲੈ ਕੇ ਮਿਡਲ ਕਲਾਸ ਤੇ ਲੋਅਰ ਕਲਾਸ ਤੱਕ, ਉਹਨਾਂ ਦੇ ਮਾਪਦੰਡ ਤੈਅ ਕੀਤੇ ਹੁੰਦੇ ਨੇ ਕਿ ਇਹ ਬੰਦਾ ਇੱਥੇ ਹੀ ਰਹਿਣਾ ਚਾਹੀਦਾ ਹੈ ਜਾਂ ਇਹਨੂੰ ਇੱਥੇ ਹੀ ਰੱਖਣਾ ਵਾ। ਕੋਈ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ ਆਰਥਿਕ ਨੀਤੀ ਦੇ ਤਹਿਤ ਕਿ ਆਹ ਬੰਦੇ ਨੂੰ ਜੇ ਅਸੀਂ ਹੋਰ ਅਧਿਕਾਰ ਦਿੰਦੇ ਹਾਂ ਤਾਂ ਇਹ ਅੱਪ ਹੋ ਜਾਊਗਾ, ਜਾਂ ਅੱਪਰ ਕਲਾਸ ਆ ਉਹ ਉੱਥੇ ਹੀ ਰਵੇ ਅਤੇ ਮਿਡਲ ਵਾਲੀ ਉੱਥੇ ਹੀ ਰਵੇ ਅਤੇ ਲੋਅਰ ਕਲਾਸ ਉੱਥੇ ਹੀ ਰਵੇ? ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਜੀ। ਸਾਡੇ ਸੰਵਿਧਾਨ ਦੇ ਵਿੱਚ ਇਸ ਤਰ੍ਹਾਂ ਦੇ ਬਿਲਕੁਲ ਅਧਿਕਾਰ ਦਿੱਤੇ ਗਏ ਹਨ, ਪਰ ਦੁੱਖ ਦੀ ਗੱਲ ਇਹ ਆ ਬਈ ਸਾਡਾ ਭਾਈ ਭਤੀਜਾਵਾਦ ਦਾ ਸਿਸਟਮ ਔਰ ਸਾਡਾ ਜੋ ਕਰਪਟ ਸਿਸਟਮ ਆ ਉਹ ਜਿਹੜੇ ਇਹ ਅਧਿਕਾਰ ਆ ਲੋੜਵੰਦਾਂ ਤੱਕ ਨਹੀਂ ਪਹੁੰਚਣ ਦਿੰਦਾ। ਜਿਸ ਤਰ੍ਹਾਂ ਤੁਸੀਂ ਅੱਜ ਹੀ ਲਾ ਲਓ, ਜਿਹੜੇ ਬੰਦੇ ਬਹੁਤ ਘੱਟ ਮਜ਼ਦੂਰੀ ਕਰਦੇ ਹਨ ਉਹਨਾਂ ਨੇ ਸਰਕਾਰ ਵੱਲੋਂ ਜੋ ਨੀਲੇ ਕਾਰਡ ਵਾਲੀ ਕਣਕ ਜਾਂ ਹੋਰ ਹੈ ਉਹਨਾਂ ਨੂੰ ਨਹੀਂ ਮਿਲਦੀ। ਔਰ ਬਹੁਤ ਬੰਦੇ ਇਹੋ ਜਿਹੇ ਹਨ ਜਿਨ੍ਹਾਂ ਦੇ ਕੋਲੇ ਜੋ ਮੀਟਰ ਹਨ ਬਿਜਲੀ ਦੇ, ਜਿਨ੍ਹਾਂ ਨੂੰ ਵਾਕਈ ਲੋੜ ਆ ਵੀ ਫ੍ਰੀ ਬਿਜਲੀ ਚਾਹੀਦੀ ਹੈ, ਉਹਨਾਂ ਤੱਕ ਨਹੀਂ ਪਹੁੰਚਦੀ। ਕਾਰਨ ਜਿਸ ਪਾਰਟੀ ਦਾ ਜਿਸ ਧਿਰ ਦਾ ਜਿਸ ਜਗ੍ਹਾ 'ਤੇ ਜ਼ੋਰ ਹੁੰਦਾ, ਜਿਹੜੇ ਉਹਦੇ ਸੰਪਰਕ 'ਚ ਬੰਦੇ ਹੁੰਦੇ ਹਨ ਉਹਨਾਂ ਨੂੰ ਹੀ ਇਹ ਸਹੂਲਤਾਂ ਮਿਲਦੀਆਂ ਹਨ। ਪਰ ਸੰਵਿਧਾਨ ਦੇ ਵਿੱਚ ਸਾਨੂੰ ਬਿਲਕੁਲ ਦਿੱਤੀ ਗਈ ਹੈ, ਛੋਟ ਦਿੱਤੀ ਗਈ ਹੈ ਹਰੇਕ ਕਿਸਮ ਦੇ, ਯਾਨੀ ਕਿ ਲੋਕਾਂ ਨੂੰ ਉੱਪਰ ਚੁੱਕਣ ਦਾ ਸਰਕਾਰਾਂ ਨੇ ਕੋਸ਼ਿਸ਼ ਕੀਤਾ। ਪਰ ਦੁੱਖ ਦੀ ਗੱਲ ਹੈ ਵੀ ਉਹ ਲੋੜਵੰਦਾਂ ਤੱਕ ਸਹੂਲਤਾਂ ਨਹੀਂ ਪਹੁੰਚੀਆਂ ਹੈਗੀਆਂ ਔਰ ਬਹੁਤ ਸੇ ਲੋਕ ਇਹੋ ਜਿਹੇ ਹਨ ਜਿਨ੍ਹਾਂ ਨੂੰ ਨਹੀਂ ਲੋੜਾਂ ਹੈਗੀਆਂ ਔਰ ਉਹ ਇਹਨਾਂ ਸਹੂਲਤਾਂ ਦੇ ਆਨੰਦ ਮਾਣ ਰਹੇ ਹਨ ਜੋ ਸਰਕਾਰਾਂ ਨੇ ਮਾਪਦੰਡ ਰੱਖੇ ਹਨ ਔਰ ਉਹ ਮਾਪਦੰਡਾਂ ਤੋਂ ਵੀ ਮਾਪਦੰਡ ਪੂਰੇ ਨਹੀਂ ਕਰਦੇ ਹੋਏ ਵੀ ਇਹ ਸਹੂਲਤਾਂ ਮਾਣ ਰਹੇ ਹਨ। ਤੁਹਾਨੂੰ ਕੀ ਲੱਗਦਾ ਹੈ ਕਿ ਸੰਘਰਸ਼ ਹੁਣ ਕਿੱਧਰ ਨੂੰ ਜਾਏਗਾ? ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋ ਸਕਦਾ ਹੈ? ਦੇਖੋ ਜੀ, ਸੰਘਰਸ਼ ਤਾਂ ਜਿੱਤ ਵੱਲ ਨੂੰ ਜਾਊਗਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸੰਘਰਸ਼ 100% ਜਿੱਤਣਗੇ, ਪਰ ਜਿੱਤ ਕੇ ਸੌਂ ਜਾਣਾ ਵੀ ਸੰਘਰਸ਼ ਨੂੰ ਹਾਰਨ ਦੇ ਬਰਾਬਰ ਹੈ। ਕਿਉਂਕਿ ਇਸ ਟਾਈਮ ਦੇ ਉੱਤੇ ਜਿਹੜਾ ਮਸ਼ੀਨੀਕਰਨ ਹੈ ਜਾਂ ਮਾਰਕੀਟ ਦੇ ਵਿੱਚ ਹੋਰ ਪਦਾਰਥ ਹੈ ਉਹਦੇ ਵਿੱਚ ਵਪਾਰ ਬਿਲਕੁਲ ਖਤਮ ਹੋ ਚੁੱਕੇ ਹਨ ਜਾਂ ਖਤਮ ਹੋਣ ਦੇ ਕਿਨਾਰੇ ਹਨ। ਇਹ ਰੰਗ ਰੂਪ ਬਦਲ ਕੇ ਜਿਹੜਾ ਸ਼ਾਹੂਕਾਰਾ ਜਾਂ ਪੂੰਜੀਪਤ ਆ ਇਹ ਇਸ ਕਿੱਤੇ ਦੇ ਵਿੱਚ ਖੇਤੀ ਵਾਲੇ 'ਚ ਜ਼ਰੂਰ ਆਊਗਾ, ਚਾਹੇ ਉਹ ਵੰਡਵੇਂ ਢੰਗ ਦੇ ਵਿੱਚ ਆਵੇ, ਇਕੱਠਾ ਨਾ ਆਵੇ। ਸੰਘਰਸ਼ ਜ਼ਰੂਰ ਜਿੱਤਿਆ ਜਾਊਗਾ ਔਰ ਇਹ 'ਚ ਕੋਈ ਦੋ ਰਾਏ ਨਹੀਂ ਵੀ ਜੋ ਇਸ ਸਮੇਂ ਇੱਕ ਮਜ਼ਬੂਤੀ ਔਰ ਏਕਤਾ ਸਮਾਜ ਦੇ ਸਾਰੇ ਵਰਗਾਂ ਦੀ ਦੇਖਣ ਨੂੰ ਮਿਲ ਰਹੀ ਹੈ, ਉਹ 'ਚ ਸੰਘਰਸ਼ ਜਿੱਤਿਆ ਜਾਊਗਾ ਔਰ ਇਹ ਜਿੱਤਿਆ ਜਾਣਾ ਬਹੁਤ ਹੀ ਜ਼ਰੂਰੀ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਕਾਨੂੰਨ ਤੁਸੀਂ ਕਹਿੰਦੇ ਹੋ ਸਰਕਾਰ ਵਾਪਸ ਲਊਗੀ, ਤਰੀਕਾ ਕੀ ਹੋਊਗਾ ਵਾਪਸ ਲੈਣ ਦਾ? ਸਿੱਧਾ ਜਿੱਦਾਂ ਮੀਟਿੰਗਾਂ ਕਰ ਰਹੇ ਨੇ, ਮੀਟਿੰਗਾਂ ਦੇ ਵਿੱਚ ਹੀ ਕੋਈ ਫੈਸਲਾ ਹੋਊਗਾ ਜਾਂ ਕੋਈ ਹੋਰ ਸਰਕਾਰ ਕੋਈ ਕਿਸੇ ਹੋਰ ਪਾਸੇ ਟੇਕ ਲਾ ਕੇ ਬੈਠੀ ਹੋਈ ਹੈ ਵੀ ਆਪਣੇ ਸਿੱਧੇ ਤੌਰ ਦੇ ਉੱਤੇ ਨਾ ਵਾਪਸ ਲਵੇ, ਕਿਸੇ ਹੋਰ ਢੰਗ ਤਰੀਕੇ ਦੇ ਨਾਲ ਲੈ ਜਾਣ? ਤੁਸੀਂ ਬਿਲਕੁਲ ਸਹੀ ਕਿਹਾ ਜੀ। ਇਹਨਾਂ ਦਾ 15 ਤਰੀਕ ਪਾਉਣ ਦਾ ਕਾਰਨ ਹੀ ਇਹ ਆ, 11 ਤਰੀਕ ਨੂੰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੈ ਔਰ ਹੋ ਸਕਦਾ ਸੁਪਰੀਮ ਕੋਰਟ ਕੋਈ ਇਸ ਤਰ੍ਹਾਂ ਦਾ ਫੈਸਲਾ ਕਰ ਦੇਵੇ, ਇਹਨਾਂ ਨੂੰ ਤੇ ਰੋਕ ਲਗਾ ਦੇਵੇ, ਜਾਂ ਜਿਸ ਤਰ੍ਹਾਂ ਕਿ ਮਾਹਰ ਦੱਸਦੇ ਹਨ ਕਿ ਕੇਂਦਰ ਨੂੰ ਰਾਜਾਂ ਦੇ ਵਿਸ਼ਿਆਂ 'ਚ ਕਾਨੂੰਨ ਬਣਾਉਣ ਦਾ ਹੱਕ ਨਹੀਂ ਹੈ,
ਹੋ ਸਕਦਾ ਵੀ ਇਹ ਜੋ ਹੈ ਆਪਣੀ ਨਮੋਸ਼ੀ ਤੋਂ ਸਰਕਾਰ ਬਚਣ ਵਾਸਤੇ ਕੋਈ ਸੁਪਰੀਮ ਕੋਰਟ ਦੇ ਥਰੂ ਦੇ ਜ਼ਰੀਏ ਕੋਈ ਇਹੋ ਜਿਹਾ ਫੈਸਲਾ ਕਰ ਲਵੇ ਵੀ ਆਪ ਦੀ ਇਹ ਹੱਤਕ ਤੋਂ ਬਚ ਜਾਵੇ। ਅਦਰ ਨਹੀਂ ਤਾਂ ਵੈਸੇ ਤਾਂ ਇਹਨਾਂ ਨੂੰ ਜੋ ਹੈ ਇਹਨਾਂ ਦਾ ਹੱਕ ਆ, ਕਿਉਂਕਿ ਇਹਨਾਂ ਨੇ ਹੱਥਾਂ ਨਾਲ ਜੋ ਗੱਠਾਂ ਦਿੱਤੀਆਂ ਨੇ ਉਹ ਇਹਨਾਂ ਨੂੰ ਹੁਣ ਦੰਦਾਂ ਨਾਲ ਵੀ ਨਹੀਂ ਇਹਨਾਂ ਤੋਂ ਖੁੱਲ ਰਹੀਆਂ। ਬਹੁਤ ਬਹੁਤ ਧੰਨਵਾਦ। ਓਕੇ ਜੀ। ਸੋ ਇਹ ਸਨ ਸਰਦਾਰ ਬੇਦੀ ਸਾਹਿਬ, ਜਿਨ੍ਹਾਂ ਦੇ ਵਿਚਾਰ ਤੁਸੀਂ ਸੁਣੇ ਨੇ ਇਤਿਹਾਸ ਦੇ ਵਿੱਚ ਕੀ ਕੁਝ ਹੋਇਆ, ਕਾਨੂੰਨ ਕਦੋਂ ਆਏ ਆ, ਅਤੇ ਜਿਹੜੀਆਂ ਵਿਦੇਸ਼ੀ ਨੀਤੀਆਂ ਨੇ, ਵਿਦੇਸ਼ੀ ਸਰਕਾਰ ਹੈ, ਵਿਦੇਸ਼ਾਂ ਦੇ ਵਿੱਚ ਸਰਕਾਰਾਂ ਨੇ ਉਹ ਆਪਣੇ ਕਿਸਾਨਾਂ ਨੂੰ ਕਿਸ ਤਰ੍ਹਾਂ ਦੇ ਹੱਕ ਦਿੰਦੀਆਂ ਨੇ, ਉਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਬਾਰੇ ਇਹਨਾਂ ਨੇ ਜਾਣੂ ਕਰਵਾਇਆ। ਔਰ ਇਹਨਾਂ ਨੇ ਖਾਸ ਤੌਰ ਦੇ ਉੱਤੇ ਇੱਕ ਵੱਡੀ ਗੱਲ ਕਹੀ ਹੈ ਕਿ ਸਰਕਾਰ ਕਾਨੂੰਨ ਵਾਪਸ ਲੈਣ ਨੂੰ ਤਿਆਰ ਹੈ। ਕਿਤੇ ਨਾ ਕਿਤੇ ਹੁਣ ਜਿਸ ਤਰੀਕੇ ਦੇ ਨਾਲ ਸਰਕਾਰ ਚਾਰੇ ਪਾਸੇ ਤੋਂ ਘਿਰੀ ਹੋਈ ਹੈ, ਉਹਨੂੰ ਇਹ ਕਾਨੂੰਨ ਵਾਪਸ ਲੈਣੇ ਪੈਣਗੇ। ਪਰ ਕਿਤੇ ਨਾ ਕਿਤੇ ਉਹਨਾਂ ਨੇ ਸ਼ੰਕਾ ਜ਼ਾਹਿਰ ਕੀਤਾ ਹੈ ਕਿ ਸਰਕਾਰ ਕਿਤੇ ਨਾ ਕਿਤੇ ਸੁਪਰੀਮ ਕੋਰਟ ਦੇ ਉੱਤੇ ਟੇਕ ਲਾਈ ਬੈਠੀ ਹੈ, ਕਿਤੇ ਨਾ ਕਿਤੇ ਕਾਨੂੰਨ ਵਾਪਸ ਜੇ ਹੋ ਸਕਦੇ ਨੇ। ਉਹਨਾਂ ਨੇ ਖਦਸ਼ਾ ਜ਼ਾਹਿਰ ਕੀਤਾ ਹੈ, ਕੋਈ ਪੱਕੀ ਗੱਲ ਨਹੀਂ ਹੈ, ਪਰ ਹੋ ਸਕਦਾ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਤਜਰਬਾ ਹੈ, ਇਤਿਹਾਸ ਦੇ ਨੁਕਤਾ ਨਜ਼ਰ ਤੋਂ ਜਾਣਦੇ ਨੇ ਕਿ ਹੁਣ ਮੋਦੀ ਸਰਕਾਰ ਹੈ, ਮੋਦੀ ਦੀ ਛਵੀ ਹੈ ਜਿਸ ਤਰ੍ਹਾਂ ਦੀ ਬਣੀ ਹੋਈ, ਸਿੱਧੇ ਕਾਨੂੰਨ ਵਾਪਸ ਨਹੀਂ ਲੈ ਸਕਦੇ। ਤਾਂ ਹੋ ਸਕਦਾ ਹੈ ਕਿ ਸੁਪਰੀਮ ਕੋਰਟ ਦੇ ਜ਼ਰੀਏ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮਨਸ਼ਾ ਜਿਹੜੀ ਹੈਗੀ ਆ ਮੋਦੀ ਸਰਕਾਰ ਕਿਤੇ ਨਾ ਕਿਤੇ ਟੇਕ ਸੁਪਰੀਮ ਕੋਰਟ ਦੇ ਉੱਤੇ ਲਾਈ ਬੈਠੀ ਹੋਵੇ। ਕੈਮਰਾ ਪਰਸਨ ਜਸਵੀਰ ਹੀਰਾਂ ਦੇ ਨਾਲ ਸਨੀ ਸੁਜਾਪੁਰ।